ਬਾਣੀ ਦਾਦੂ ਸਾਹਿਬ ਜੀ। ਸਾਈਂ ਸਤ ਸੰਤੋਖ ਦੇ ਭਾਵ ਭਗਤੀ ਵਿਸ਼ਵਾਸ ਸਿਦਕ ਸਬੂਰੀ ਸਾਚ ਦੇ ਮੰਗੇ ਦਾਦੂ ਦਾਸ। ਸਾਈਂ ਸਤ ਸੰਤੋਖ ਦੇ ਭਾਵ ਭਗਤੀ ਵਿਸ਼ਵਾਸ ਸਿਦਕ ਸਬੂਰੀ ਸਾਚ ਦੇ ਮੰਗੇ ਦਾਦੂ ਦਾਸ। ਇਹ ਬਾਣੀ ਦਾਦੂ ਸਾਹਿਬ ਦੀ ਹੈ। ਦਾਦੂ ਸਾਹਿਬ ਜੀ ਮੁਸਲਮਾਨ ਫਕੀਰ ਹੋਏ ਹੈ, ਪਰ ਬੜੇ ਆਲਾ ਫਕੀਰ ਹੋਏ ਹੈ, ਬੜੇ ਸਹਾਰਨ ਸ਼ਕਤੀ ਦੇ ਮਾਲਕ ਹੋਏ ਹੈ। ਸੰਤਾਂ ਦੀ ਬਾਣੀ ਹਰ ਇੱਕ ਮਹਾਂਪੁਰਖ ਦੁਨੀਆ 'ਤੇ ਆਏ ਹੈ, ਉਹਨਾਂ ਦੀ ਬਾਣੀ ਜਿਹੜੀ ਹੈ ਉਹ ਸਾਨੂੰ ਸੁੱਖ ਦਾ ਰਸਤਾ ਦੱਸਦੀ ਹੈ ਕਿ ਸੁੱਖ ਸਾਨੂੰ ਕਿਹੜੇ ਰਾਹ ਮਿਲ ਸਕਦਾ ਹੈ, ਕਿਹੜੇ ਕੰਮ ਵਿੱਚੋਂ ਮਿਲ ਸਕਦਾ ਹੈ, ਕੀ ਅਸੀਂ ਕੰਮ ਕਰਾਂਗੇ ਤਾਂ ਸਾਨੂੰ ਸੁੱਖ ਮਿਲੇਗਾ। ਲੇਕਿਨ ਅਸੀਂ ਉਹਨਾਂ ਦਾ ਕਹਿਣਾ ਮੰਨਦੇ ਨਹੀਂ। ਕਈ ਵਾਰ ਹਜ਼ੂਰ ਫਰਮਾਉਂਦੇ ਹੁੰਦੇ ਸੀ ਕਿ ਜਦੋਂ ਕੋਈ ਬੱਚਾ ਪੈਦਾ ਹੁੰਦਾ ਹੈ ਤਾਂ ਉਹਦੇ ਨਕਸ਼ੇ ਦੇਖਦੇ ਹੈ, ਉਸ ਬੱਚੇ ਨੂੰ ਦੇਖਦੇ ਹੈ ਕਿ ਬੱਚਾ ਕਿਹਦੇ 'ਤੇ ਗਿਆ। ਕੋਈ ਕਹਿੰਦਾ ਚਾਚੇ 'ਤੇ, ਕੋਈ ਕਹਿੰਦਾ ਤਾਏ 'ਤੇ, ਕੋਈ ਕਹਿੰਦਾ ਪਿਓ 'ਤੇ, ਕੋਈ ਕਹਿੰਦਾ ਫੁੱਫੜ 'ਤੇ। ਕਿਸੇ ਨਾ ਕਿਸੇ ਦੇ ਉਹਦਾ ਜਿਹੜਾ ਨੁਕਸਾ ਹੁੰਦਾ, ਉਹਦਾ ਚਿਹਰਾ ਹੁੰਦਾ ਹੈਗਾ। ਹਜ਼ੂਰ ਕਈ ਵਾਰ ਇਹ ਫਰਮਾਉਂਦੇ ਹੁੰਦੇ ਸੀ ਕਿ ਅਸੀਂ ਕੀ ਹੈ ਜੀ, ਕੁਰਾਨ ਨੂੰ ਅਸੀਂ ਨਹੀਂ ਮੰਨਿਆ, ਵੇਦਾਂ ਸ਼ਾਸਤਰਾਂ ਨੂੰ ਅਸੀਂ ਨਹੀਂ ਮੰਨਦੇ, ਗੀਤਾ ਨੂੰ ਅਸੀਂ ਨਹੀਂ ਮੰਨਦੇ, ਗ੍ਰੰਥਾਂ ਪੋਥੀਆਂ ਨੂੰ ਅਸੀਂ ਨਹੀਂ ਮੰਨਦੇ, ਫਿਰ ਅਸੀਂ ਹੋਏ ਕਿਹਦੇ ਹਾਂ? ਅਸੀਂ ਇਹਦੇ ਬਾਰੇ 'ਚ ਸੋਚਣਾ ਹੈ ਕਿ ਅਸੀਂ ਵੀ ਕਿਸੇ 'ਤੇ ਹੈਗੇ ਹਾਂ। ਮੰਨਣ ਦਾ ਮਕਸਦ ਹੈ ਕਿ ਉਹਨਾਂ ਦੇ ਅਸੂਲਾਂ ਨੂੰ ਮੰਨਣਾ ਹੈ ਕਿ ਜੋ ਕੁਛ ਉਹਨਾਂ ਨੇ ਕੀਤਾ ਅਸੀਂ ਗੱਲਾਂ ਨਹੀਂ ਕਰਨੀਆਂ। ਕਿਸੇ ਮਕਾਨ ਨੂੰ ਮਕਾਨ ਕੇ ਜੋ ਮਕਾਨ ਦੇ ਅਸੂਲ ਨੂੰ ਮੰਨੋ, ਵੇਦ ਦਾ ਅਸੂਲ ਜਿਹੜਾ ਉਹਨੂੰ ਮੰਨੋ, ਕੁਰਾਨ ਦਾ ਅਸੂਲ ਜਿਹੜਾ ਉਸ ਨੂੰ ਮੰਨੀਏ, ਗੀਤਾ ਦਾ ਅਸੂਲ ਜਿਹੜਾ ਹੈ ਉਹਨੂੰ ਮੰਨੀਏ। ਗ੍ਰੰਥਾਂ ਪੋਥੀਆਂ ਦੇ ਵਿੱਚ ਜੋ ਸੰਤਾਂ ਮਹਾਂਪੁਰਖਾਂ ਨੇ ਲਿਖਿਆ, ਜੋ ਉਹਨਾਂ ਨੇ ਕੀਤਾ ਹੈ, ਉਹਦੇ ਵੱਲ ਅਸੀਂ ਧਿਆਨ ਦੇਈਏ, ਉਹਨਾਂ ਨੂੰ ਮੰਨੀਏ। ਅਸੀਂ ਕਿਸੇ ਦੇ ਬਣੀਏ ਤੇ ਸਹੀ। ਜਦੋਂ ਅਸੀਂ ਕਿਸੇ ਚੀਜ਼ ਨੂੰ ਮੰਨਣਾ ਹੀ ਨਹੀਂ ਤੇ ਸੁੱਖ ਲੈਣਾ ਕਿੱਥੋਂ ਹੈ? ਸਾਨੂੰ ਇਹ ਇਨਸਾਨ ਨੂੰ ਸਮਝ ਨਹੀਂ ਆਉਂਦੀ ਕਿ ਅਸੀਂ ਬੜੇ ਦੁੱਖ ਚੱਲ ਕੇ ਮਨੁੱਖਾ ਜਨਮ ਵਿੱਚ ਆਏ ਹਾਂ। 84 ਦਾ ਚੱਕਰ ਸਾਰਾ ਭੁਗਤ ਕੇ ਫਿਰ ਅਸੀਂ ਮਨੁੱਖਾ ਜਨਮ 'ਚ ਆਏ ਹਾਂ। ਅਸੀਂ ਆਪਣੇ ਦੁੱਖਾਂ ਨੂੰ ਦੇਖ ਕੇ ਡਰ ਕੇ ਤੇ ਕੋਈ ਨੇਕ ਭਾਗ ਕੰਮ ਕਰੀਏ। ਅਸੀਂ ਆਪਣੇ ਦੁੱਖਾਂ ਨੂੰ ਦੇਖ ਕੇ ਨੇਕ ਕੰਮ ਕਰੀਏ ਕਿ ਤਾਂ ਕਿ ਸਾਨੂੰ ਇਹ ਦੁੱਖ ਅੱਗੇ ਨਾ ਆਉਣ। ਕਈ ਵਾਰ ਅੱਗੇ ਵੀ ਦੱਸਿਆ ਹੈ ਕਿ ਸ੍ਰੀ ਸੁਖਦੇਵ ਜੀ ਵੇਦ ਵਿਆਸ ਦੇ ਲੜਕੇ शिव जी महाराज और पार्वती एक जंगल में दरख्त थले बैठे सन। शिव जी महाराज कथा करन लग पे, सुनान लग पे अपने पार्वती नूं। उसने एक दो लफ्ज़ सुनिया तो वो सौ गई।
ਉਸ ਦਰਖਤ ਦੇ ਵਿੱਚ ਇੱਕ ਖੋੜ ਜਿਹਾ ਸੀ, ਉਹਦੇ 'ਚ ਇੱਕ ਤੋਤਾ ਸੀ। ਉਹ ਹੰਗੂਰਾ ਭਰਦਾ ਰਿਹਾ। ਜਦੋਂ ਕਥਾ ਸਮਾਪਤ ਕੀਤੀ, ਦੇਖਿਆ ਤੇ ਪਾਰਵਤੀ ਸੁੱਤੀ ਸੀ। ਕੌਣ ਮੇਰਾ ਇਹ ਹੰਗੂਰਾ ਕੌਣ ਭਰਦਾ ਸੀ? ਕਿਸ ਨੇ ਕਥਾ ਸੁਣੀ ਹੈ? ਅੱਗੇ ਪਿੱਛੇ ਦੇਖਿਆ, ਤੋਤਾ ਨਜ਼ਰ ਆਇਆ। ਸੋਚਿਆ ਇਸ ਤੋਤੇ ਨੂੰ ਮਾਰ ਦਈਏ। ਮਗਰ ਲੱਗ ਪਿਆ। ਤੋਤਾ ਅੱਗੇ ਅੱਗੇ ਉੱਡ ਪਿਆ। ਜਦੋਂ ਤੋਤੇ ਨੇ ਸੋਚਿਆ ਕਿ ਮੇਰਾ ਖਹਿੜਾ ਨਹੀਂ ਛੱਡਦਾ, तो वेद व्यास ऋषि दे औरत दे गर्भ समा गया। शिवजी महाराज बाहर बैठे रहे। ये दुखों के सुखों का संतां महापुरखों नूं ऋषियां मुनियां नूं पता है, जिन्हां दी वो अख खुल जाती है, जिन्हां नूं जन्मां दा पता लग जाता कि असीं पिछे जन्म किहड़े भुगते है। वो सानूं वेदां शास्त्रां ग्रंथां पोथियां विच दस भी रहे है, लेकिन सानूं समझ नहीं आउंदी। असी उस पासे ध्यान नहीं देंदे। 12 साल गुजर गए तो 12 साल शिवजी महाराज उत्ते बैठे रहे। नारद मुनि आया, पूछया बाबा जी तुसी इत्थे किस तरह बैठे हो, क्यों बैठे हो? एक तोते ने मेरी कथा सुन ली है, वो इस औरत के गर्भ समाया, जब भी कोई पैदाइश होएगी मैं उसनों मारना है। नारद मुनि ने कहा बाबा जी तुहाडी कथा विच की शक्ति है जिहड़ी इन्नी कोशिश कर रहे हो कि जिहड़ा मेरी कथा सुन लैंदा वो अमर हो जाता है। नारद मुनि ने कहा बाबा जी तुहानूं समझ नहीं आई, जे अमर हो जाता है तो तुसीं उहनूं मार भी किदां सकदे हो? किस तरह मारोगे तुसीं? जाओ किते काम करो जाके। 12 साल के बाद शिवजी महाराज उत्थों गए। उहदे बाद लड़के ने जन्म लिया जिसका नाम श्री सुखदेव जी रखा गया। और छोटी उम्र दे विच ही वो जंगल नूं तुर पिया, क्योंकि उन्होंने पिछले जन्मां दा पता लग गया कि जिहड़े जन्म पिछे भुगते है दुख दे। पिछे पिछे ऋषि वेद व्यास भी तुर पिया। लड़के ने देखा पिताजी तुसी मेरे पीछे क्यों आ रहे हो? बेटा असी सोचा कि साढ़े घर कोई औलाद होएगी, साड़ी कोई सेवा करेगी, पर तू छोटी उम्र विच ही जंगल में तुर पिया। पिताजी तुसी मैनू जंगल च जाणदे हो, मैं पिछले जन्मां च बहुत दुख पाए। 105 जन्म की मैनू खबर है जिन्हां दे विच मैं दुख पाए। 5 जन्मां का हवाला तुहानूं दसदा हाँ, अगे 100 का तुसीं अंदाज़ा ला लेना। पिताजी पहला जन्म मेरा कुत्ते का आ गया। मैं किसी मैदान च सहब सभा लेटिया सी, किसी राही जाते ने लाठी मेरे सिर च मार दी, मेरा सिर पाट गया। पिताजी मेरे सिर च कीड़े पै गए। एक पेट की भुख, एक शरीर का दुख। जिस घर मैं जावां वो अगे ही लाठी लैके तैयार होण। बड़ी मुश्किल मालिक ने दया की, उथों मेरी जान छुट्टी। दूसरा जन्म मेरा घोड़े का आ गया। मराशिया ने खरीद लिया। मराशी मीर ज़्यादा होंगे है। पट्ठे पुट्ठे किसी पाने नहीं, लगाम चाड़ नहीं होना, सारे मैनू दबाड़दे रहना। वो भी जन्म बड़ा औखा भुगत्या मैं। तीसरा जन्म मेरा गधे का आ गया। गधा धोबी ने खरीद लिया। धोबी कपड़ियां की पंड पावे ते घाट ते लै जावे, घाटों कर लै आवे। एक दिन छोटा जिहा नाला वगदा सी। बदल आउण नाल
ਉਹਦੇ ਵਿੱਚ ਜਿੱਲਣ ਆ ਗਈ। ਪਿਤਾ ਜੀ ਮੈਂ ਉਹਦੇ ਵਿੱਚ ਖੁੱਭ ਗਿਆ। ਮੇਰੇ ਮਾਲਕ ਨੇ ਮੈਨੂੰ ਬਹੁਤ ਮਾਰਿਆ, ਇੰਨਾ ਮਾਰਿਆ ਮੇਰੀ ਇੱਕ ਲੱਤ ਟੁੱਟ ਗਈ। ਮੈਨੂੰ ਬੇਕਾਰ ਦੇਖ ਕੇ ਛੱਡ ਦਿੱਤਾ, ਆਪ ਚਲਾ ਗਿਆ। ਮੇਰਾ ਇੱਕ ਟਾਪੂ ਬਣ ਗਿਆ। ਮੇਰੇ ਉੱਤੇ ਲੋਕੀ ਪੈਰ ਰੱਖ ਕੇ ਤੇ ਦੂਜੇ ਪਾਸੇ ਜਾਣ। ਇੱਕ ਪੇਟ ਦੀ ਭੁੱਖ, ਇੱਕ ਸਰੀਰ ਦਾ ਦੁੱਖ। ਫਰੀਦ ਸਾਹਿਬ ਜੀ ਵੀ ਫਰਮਾਉਂਦੇ ਹੈ, ਫਰੀਦਾ ਮੌਤੋਂ ਭੁੱਖ ਬੁਰੀ, ਰਾਤੀ ਸੁੱਤੇ ਖਾ ਕੇ ਦਿਨੇ ਫੇਰ ਖੜੀ। ਮੌਤ ਇੱਕ ਵਾਰ ਹੋ ਜਾਂਦੀ ਹੈ, ਭੁੱਖ ਬਾਰੋਂ ਬਾਰ ਜੀਵ ਨੂੰ ਸਤਾਉਂਦੀ ਹੈ। ਚੌਥਾ ਜਨਮ ਮੇਰਾ ਇੱਕ ਛੋਟਾ ਜਿਹਾ ਕੀੜਾ ਹੁੰਦਾ ਜਿਸ ਨੂੰ ਪਿੱਸੂ ਕਿਹਾ ਜਾਂਦਾ ਹੈ। ਉਹ ਪਿਤਾ ਜੀ ਮੈਂ ਇੱਕ ਔਰਤ ਦੇ ਕੱਪੜਿਆਂ 'ਚ ਵੜ ਗਿਆ। ਗਰਮੀ ਦੀ ਵਾਰ ਸੀ, ਉਹ ਆਪਣੇ ਪਤੀ ਨੂੰ ਰੋਟੀ ਲੈ ਕੇ ਜਾ ਰਹੀ ਸੀ। ਮੈਂ ਆਪਣੇ ਸੁਭਾਅ ਨਾਲ ਉਸ ਨੂੰ ਦੰਦੀ ਵੱਢੀ, ਉਸ ਨੇ ਖੁਰਕਿਆ, ਨਹੁੰ ਚੜ੍ਹ ਗਿਆ ਮੈਂ। ਪਿਤਾ ਜੀ ਉਹ ਪੋਟੇ ਵਿੱਚ ਮੈਨੂੰ ਮਲੀ ਜਾਵੇ ਸੁੱਟੇ ਵੀ ਨਾ। ਮੇਰੀ ਨੱਕ ਜਾਨ ਆ ਗਈ, ਬਹੁਤ ਦੁਖੀ ਹੋਇਆ। ਇੱਕ ਬਰੇਤੀ ਆਈ, ਅੱਗ ਵਰਗੀ ਤਪੀ ਹੋਈ ਸੀ, ਉਹਦੇ 'ਚ ਮੈਨੂੰ ਸੁੱਟ ਦਿੱਤਾ ਉਸਨੇ। ਮੈਂ ਧਾਨਾ ਦੀ ਤਰ੍ਹਾਂ ਪੁੱਜ ਗਿਆ। ਪੰਜਵਾਂ ਜਨਮ ਇੱਕ ਬਿੱਲੀ ਦੇ ਘਰ ਆ ਗਿਆ। ਜਦ ਮੈਂ ਪੈਦਾ ਹੋਵਾਂ ਬਾਹਰਲਾ ਬਿੱਲਾ ਆਵੇ ਮੇਰਾ ਗਲਾ ਕੋਟੇ ਤੇ ਮਾਰ ਦੇਵੇ। ਇਹ ਮੇਰੇ 5 ਜਨਮ ਜਿਹੜੇ ਹੈ ਪਿਤਾ ਜੀ, ਤੁਸੀਂ ਦੇਖੋ ਮੈਂ ਕਿਤਨੇ ਦੁੱਖ ਦੇ ਭੁਗਤੇ ਹੈ। ਔਰ 100 ਜਨਮ ਜਿਹੜਾ ਹੈ ਉਹਦਾ ਵੀ ਅੰਦਾਜ਼ਾ ਲਾ ਲਓ। ਮੈਨੂੰ ਕੋਈ ਤਪੱਸਿਆ ਕਰਨ ਦਿਓ, ਈਸ਼ਵਰ ਦੀ ਭਗਤੀ ਕਰਨ ਦਿਓ, ਤਾਂ ਕਿ ਮੈਨੂੰ ਮੁੜ ਕੇ ਦੁੱਖ ਨਾ ਆਉਣ, ਮੁੜ ਕੇ ਮੈਂ 84 ਵਿੱਚ ਨਾ ਜਾਵਾਂ। ਇਹ ਰਿਸ਼ੀ ਮੁਨੀ ਹੌਲੀਏ ਪਕੰਬਰ ਜੋ ਵੀ ਸੰਤ ਮਹਾਂਪੁਰਖ ਆਏ ਹੈ, ਉਹ ਸਾਨੂੰ ਦੁੱਖਾਂ ਨੂੰ ਦੱਸਦੇ ਆ ਕਿ ਭਾਈ 84 ਦੇ ਬੜੇ ਦੁੱਖ ਨੇ ਔਰ ਬੜੇ ਭਿਆਨਕ ਦੁੱਖ ਨੇ। ਇਹਨਾਂ ਦੁੱਖਾਂ ਤੋਂ ਬਚਣ ਵਾਸਤੇ ਤੂੰ ਨੇਕ ਪਾਕ ਕੰਮ ਕਰ। ਲੇਕਿਨ ਅਸੀਂ ਉਹਨਾਂ ਪਾਸੇ ਉਹਨਾਂ ਦਾ ਨਾ ਕੋਈ ਅਸੀਂ ਧਿਆਨ ਦਿੰਦੇ ਹਾਂ, ਨਾ ਉਹਨਾਂ ਦਾ ਕਹਿਣਾ ਮੰਨਦੇ ਹਾਂ, ਨਾ ਅਸੀਂ ਉਹ ਕੰਮ ਕਰਦੇ ਹਾਂ। ਹਜ਼ੂਰ ਇਹ ਬਹੁਤ ਵਾਰ ਫਰਮਾਉਂਦੇ ਹੁੰਦੇ ਕਿ ਅਸੀਂ ਹੋਏ ਕਿਹਦੇ ਫਿਰ। ਨਾ ਅਸੀਂ ਕੁਰਾਨ ਨੂੰ ਮੰਨਿਆ, ਨਾ ਅਸੀਂ ਵੇਦਾਂ ਨੂੰ ਮੰਨਿਆ, ਨਾ ਗ੍ਰੰਥਾਂ ਪੋਥੀਆਂ ਨੂੰ ਮੰਨਿਆ। ਕਿਸੇ ਵੀ ਚੀਜ਼ ਨੂੰ ਅਸੀਂ ਮੰਨਦੇ ਨਹੀਂ, ਕਿਸੇ ਦੇ ਸੂਲਾਂ 'ਤੇ ਅਸੀਂ ਚੱਲਦੇ ਨਹੀਂ। ਫਿਰ ਅਸੀਂ ਕਿਹਦੇ ਹੋਏ? ਕਿਸੇ ਦੇ ਅਸੀਂ ਕੀ ਨਾਂ ਲਵਾਂਗੇ? ਅਸੀਂ ਕਿਹੜੀ ਅੰਸ਼ ਵਿੱਚੋਂ ਆ, ਕਿਹੜੀ ਕੁਲ ਦੇ ਵਿੱਚੋਂ ਆ, ਕਿਹਦਾ ਅਸੀਂ ਇਸ਼ਾਰਾ ਦੇਵਾਂਗੇ ਦੁਨੀਆ ਦੇ ਵਿੱਚ? ਸਾਡਾ ਫਰਜ਼ ਹੈ ਕਿ ਅਸੀਂ ਕੁਛ ਨਾ ਕੁਛ ਕਿਸੇ ਵੀ ਫਕੀਰ ਦੀ ਬਾਣੀ ਦਾ ਧਿਆਨ ਧਰੀਏ ਔਰ ਮੰਨੀਏ, ਆਪਣੇ ਇਸ ਜਨਮ ਦਾ ਸੁੱਖ ਲਈਏ। ਇਸ ਜਨਮ ਦਾ ਸੁੱਖ ਮਨੁੱਖਾ ਜਨਮ ਦੇ ਵਿੱਚ ਹੀ ਨੇਕ ਪਾਕ ਕਰਮਾਂ ਦੇ ਨਾਲ ਸੁੱਖ ਮਿਲ ਸਕਦਾ ਹੈ। ਬਾਕੀ ਸਭ ਦੁੱਖ ਹੀ ਦੁੱਖ ਹੈ। ਜਦ 84 ਵੀ ਚਲਾ ਗਿਆ, ਦੁੱਖਾਂ ਦੇ ਖਾਣ ਵਿੱਚ ਫਸ ਗਿਆ। ਇਹ ਬਹੁਤ ਦਲਦਲੇ 'ਚ ਫਸ ਜਾਂਦਾ, ਫਿਰ ਨਿਕਲਣਾ ਬਹੁਤ ਮੁਸ਼ਕਲ ਹੈ। ਇਸੇ ਵਾਸਤੇ स्वामी जी महाराज भी बाणी 'ਚ फरमाते हैं, मौत से डरत रहो दिन रात। ऐ इंसान तू मौत से दिन और रात डरदा रहो। की पता किहड़े वेले किहड़ा वक्त साडे ते आ जावे। ते सानू नेक पाक काम करना चाहिए, अच्छा काम करना चाहिए, जिहदे नाल सानू सुख मिले। वो परमात्मा सब कुछ कर सकता है और साढ़े कर्मां के अनुसार। हजूर कई बार फरमाते होंदे सी कि 2 बच्चे पैदा होए जिन्हां दीयां पिट्ठां जुड़ियां सीयां। जदों वो तगड़े होए, एक ने तुरना तो दूसरे ने चुक के तुरना, फिर दूसरे ने तुरना तो उसकी पिठ का भार दूसरे ने चुक के तुरना। कोई फकीर कोलों दी लंघिया, उसने कहा है मालक तेरे कोलों डरदियां ही रहना चाहिए है। परमात्मा डरदियां ही रहना चाहिए। तो एक उन्हां चों बोलिया, परमात्मा हुण सानू की करेगा? और परमात्मा की कर सकता है?
उसने कहा भाई अजे भी बड़ा कुछ हो सकता है, बहुत कुछ हो सकता है। थोड़े दिनों दे विच एक मर गया, एक जींदा रहा। हुण वो मरे नूं चुकी फिरे। फिर कोई फकीर लंघिया, कहता है मालक तेरे तू डरदे ही रहना चाहिए। तो फिर वो कहता वाकया ही डरदे रहना चाहिए, वो मालक सब कुछ कर सकता है। भाई जदों सानू डर ही नहीं किसी का भी, तो असी दुखों च फसना तो फसना ही है। फिर कौन साड़ी कूक फरियाद सुनेगा, कौन साढ़े दुखों नूं दूर करेगा। किसी की गल सुनिए, किसी के हिसाब से चलीए, ताकि कोई साड़ी जिम्मेवारी भी, कोई साड़ी गवाही भी देगा। जब साडा गवाही कोई नहीं हैगा तो सानू तो फैसला तो साढ़े खिलाफ होना ही होना है। इस वास्ते दादू साहब की बाणी है। मुसलमान फकीर होए, दादू साहब की बड़े सहारण शक्ति के मालक होए है। कई बार अगे भी दसिया है कि दादू साहब के पास कोई 5-4 बंदे नाम लैण वास्ते चला गए, पर दादू साहब नूं उन्होंने देखा नहीं सी। सुन सुना गए कि चंगे फकीर ने, ते सुन के तुर पे। दादू साहब जी सुबह सुबह अपने घरों नंगे सिर ही पानी का लोटा लिया तो बाहर जा रहा सी। जदों उन्हां बंदियां नूं मिलिया, उन्हां 5-4 जुत्तियां मारियां। पिछले जमानिਆਂ ਦੇ ਵਿੱਚ नंगे सिर खाली घड़ा खाली टोकरी किसी ਨੂੰ मिलती ਹੁੰਦੀ ਸੀ तो बहुत बड़ा विचार करते ਹੁੰਦੇ ਸੀ कि साडा काम नहीं होना। ये विचार करते ਹੁੰਦੇ ਸੀ। उन्हें सोचा कि नंगे सिर बंदा मिलिया है, जिस काम नूं असीं आए हैं वो साडा काम होना नहीं। पर दादू साहब जी चुप कर गए। सोचा कि गाहक मेरी दुकान दे है, पर इन्हां नूं समझ नहीं हैगी। दादू साहब जी पगडंडी रस्ते अपने घर छेती चला गए। वो पिंड विचों पुछदे पछाणदे आए। दादू साहब दे जदों घर आए, पुछया कि दादू साहब दा घर इहो ही है। दादू साहब जी अंदरों निकले, कहन लगे जी इहो ही है, आओ बैठो। बिठा लिया। जदों आदर मान दादू साहब जी करन लगे, उन्हें सोचा असी तो इनू गुरदेव बनाउणा सी, इहदे पासों नाम लैना सी, असी इनू जुत्तियां मारियां। वो शर्मिंदे होना शुरू हो गए। ज्यों ज्यों उन्हां दी सेवा करे, ज्यों ज्यों उन्हां दा आदर मान करे, वो शर्मिंदे होने जान। दादू साहब ने कहा भाई तुसी इन्ने परेशान ना होवो, तुसी जो कुछ कीता चंगा कीता है। एक टके का बर्तन कोई बाजार लैन जाता है मिट्टी का, तो उन्होंने इन्ना टणका के देखता है कि ये पक्का है कि कच्चा है। जे पक्का होंदा तो खरीदे, जे कच्चा होंदा तो होर दुकान ते चला जाते। तुसी चंगा कीता, पहला ही देख लिया टकोर के कि जे बर्तन चंगा तो सौदा ले लो, नहीं चंगा तो ना लो, जाओ। इन्हें सहारण शक्ति के मालक सन दादू साहब जी। दादू साहब की बाणी ये सबूत दे रही है कि भगती मार्ग जिहड़ा है ये की हैगा, ते किस तरह असी भगती कर सकते हैं, ते किहड़े कामां दे नाल असी सुख लै सकते हैं। भगती सिर्फ ना नहीं। दादू साहब जी फरमा रहे ऐ साईं मैनू सत दे। सत एक जिस तरह असी मकान की बुनियाद मजबूत रखते हैं, वो किस वास्ते कि जे मालक सानू फुरजत देवे तो असी होर भी इहदे उत्ते मकान बना सकीए। है मालक है मेरे सतगुर मैनू सत दे। सत दे नाल ही संदोख मंग लिया। दुनिया विच भी एक दूसरे बंदे नू कोई ताना मारदा है, वो भाई तैनू कोई संदोख नहीं, बेसंदोखा है तू। संदोख करना भी जिहड़ा है ये भी बड़ी वड्डी भगती है।
दुख आए सुख आए गरीबी आए मेरी आए भुख नंग आवे बंदा संदोख कर जाए। जो परमात्मा ने दिता है उहदे ते संदोख करे। ये भी एक बहुत बड़ी भगती हैगी। साईं सत संदोख दे भगत भाव विश्वास। भगती और विश्वास, सिर्फ भगती नहीं किया, उन्हें कहा नाल विश्वास भी दे कि मेरा विश्वास भी पूरा संतां ते रहे। पूरा विश्वास रहना चाहिए। विश्वास तो भी असी रह जाते हैं। जिन्नी मर्जी असी भगती करिए तो साडा विश्वास टुट जाता है, साड़ी भगती भी खत्म हो जाती है। विश्वास वास्ते पिछे कई साखियां दसियां ने कि गुरु नानक देव जी महाराज ने जंगल दे विच मुर्दा सी क्या सारियां नूं कि आओ ये मुर्दा खाओ, तो सारे ही कोई भी अगे नहीं होया। फिर क्या कि आओ ये मुर्दा खाओ, लेकिन विश्वास होंदा तो कोई उठदा। पूरा विश्वास नहीं सी, सिर्फ देखो देखी ही पेड़ चाल सी। कोई ना उठया। एक भाई लहना गुरु साहब के पास जिहड़े रहिंदे सन, वो उठ के खड़ा हो गया। जदों जाके पर्दा चक्या तो 36 पदार्थ निकले। एक ने विश्वास रखिया, सतगुर के बचनां ते विश्वास रखिया और हज़ारां दे विचों एक पास होया। विश्वास जिहड़ा है ये भी एक बहुत बड़ी भगती है। हजूर कई बार फरमाउंदे हुंदे कि जिहदा विश्वास नहीं उहदा कुछ भी नहीं, उहदे पल्ले कुछ भी नहीं। जे विश्वास है तो सब कुछ है। सिदक सबूरी सांच दे मंगे दादू दास। सच मंगया, शब्द सिदक भी मंगया, विश्वास भी मंगया। जो दुनिया दियां सुख देण वालियां चीज़ां सी वो मंग लईआं। असी हुण इत्थे विचार करनी है कि असी भी किसी पीरां फकीरां के पास, देवियां देवतियां के पास जाते हाँ, गुरुद्वारे मंदिरां 'च जाते हाँ, असी की मंगते हैं। हजूर कई बार फरमाउंदे हुंदे सी, कोई दुध मंगे, कोई पुत मंगे, नाम हदार कोई कोई। असी दुनिया दीयां चीज़ां मंगते हाँ जिहड़ियां अगे ही उस प्रभु परमात्मा ने रजिस्टर कीतियां ने। जिस चीज़ नूं सानू मंगना चाहिए उसनूं असी मंगते नहीं। सानू वो नाम मंगना चाहिए है, ईश्वर का प्यार मंगना चाहिए, उस मालिक का विश्वास मंगना चाहिए कि है मालिक तू साडे ते किरपा कर, सानू अपना विश्वास बख्श, नाम बख्श दिया कर साडे ते। जिन्हां चीज़ां दे नाल सानू सुख मिलना है वो असी मंगते नहीं। क्यों नहीं मंगते? कि साडा किसी दे विश्वास है ही नहीं। ना असी किसी ग्रंथ पोथी दे सूलां नूं मनदे हाँ, ना किसी असी गीता नूं मनदे हाँ, ना वेदां शास्त्रां नूं मनदे हाँ। एक फकीर ने लिखिया है, गल समझी नहीं मूल मरोड़ वाली, पाया पढ़न पढ़ाण ते जोर यारा। तू पढ़न पढ़ाण ते जोर पा लिया, वो जिहड़ी विच गल सी मरोड़ वाली वो नहीं मन्नी, वो नहीं समझी। जिहड़ी गल समझनी सी वो नहीं समझी, पढ़न पढ़ाण ते जोर पा लिया। असी पढ़न पढ़ाण ते जोर पा लेंदे हाँ, वो जिहड़ी गल समझण वाली है असी उस नूं समझे नहीं। वो है मालिक दी भगती, ईश्वर दा प्यार, जिस नूं असी समझना चाहिए है और जिहड़ा सानू रोज़ाना ही करना चाहिए है। और मालिक दे अगे असी फरियाद करनी चाहिए कि सानू ये चीज़ां बख्श, साडे ते दया कर। हाँ जी। साईं सत संतोख दे भाव भगति विश्वास, सिदक सबूरी साच दे मांगे दादू दास।
जीवन माटी हो रहो, साईं सन्मुख होए। दादू पहले मर रहो, पीछे मरे सब कोए। दादू साहब जी बड़े प्यार दे नाल फरमा रहे है, ऐ दादू जिंदा मिट्टी बन जा। मिट्टी तुसी देखो, मिट्टी दे उत्ते असी जो भी करदा गंदमंद हुंदा सारा मिट्टी ते सुट्टदे हैं। मिट्टी दे उत्ते पशु भी चलदे, परिंदे भी चलदे, इंसान भी चलदे, गड्डियां मोटरां भी चलदियां, लेकिन मिट्टी किसी नूं कुछ कहंदी नहीं। मिट्टी किसी नूं कुछ भी नहीं कहंदी। संतां दी बाणी असी सिर्फ सुनते हाँ, इसका तजर्बा नहीं करते। कभी सोचा नहीं कि बाणी सानू की कह रही है। बाबे फरीद ने कहा, फरीदा खाख नूं ना निंदीए, खाख जेवड़ ना कोए, जीउंदियां पैरां थले मोयां उपर होए। इत्थे असी सोचना, जद फकीर कहंदे है कि एक खाख नूं भी जी मिट्टी है इसनूं भी ना निंदो, तो असी फकीरां दी निंदिया करते हैं, असी रब दे प्यारियां दी निंदिया करते हैं, असी रब दी पैदाइश कीती हुई जोर दी निंदिया करते हैं। किस तरह साडा कल्याण साड़ी किस तरह होएगी। बाबे फरीद ने कहा कि तुसी इस खाख नूं नहीं निंद, ये जिउंदियां पैरां दे थले है और मोयां साडे उपर हुंदी है। ਇਹਦੇ वर्गा भी कोई नहीं हैगा। लेकिन असी कभी तजर्बा नहीं किया है, असी कभी सोचते नहीं है कि असी की कर रहे हैं। इस वास्ते साईं बुल्ले शाह ने भी बाणी च फरमाया, क्योंकि फकीर जेड़े नाम जपदे, जेड़े अंदर सब कुछ देखते है, वो इस मनुष्य जन्म का बड़ा कदर करते हैं। ये मनुष्य जन्म जेड़ा ये असली खुदा दा काबा है, ये खुदा दी मसीत है, ये मंदिर है, ये गुरुद्वारा है, ये परमात्मा ने बनाया है, ये अपने आप नहीं बनया। दुनिया दे मंदिर, दुनिया दे गुरुद्वारे जां गिलजे जां मसीतां जदों गिर जांदियां ने, असी फिर उन्हां नूं बना लैंदे हैं। जिहड़ा परमात्मा दा बनया होया जदों ये गिर जाता, इनू नहीं कोई बना सकता, इनू कोई नहीं बना सकता। इस वास्ते साईं बुल्ले शाह ने फरमाया, बुलिया ढा दे मंदिर, ढा दे मस्जिद, ढा दे जो कुछ ढहंदा, पर एक बंदियां दा दिल ढाई रब जी दे विच रहिंदा। ये परमात्मा दा काबा है, परमात्मा दा घर है। तू मंदिर ढा दे, मस्जिद ढा दे, जो ढहंदा ढा दे, फिर बन जाएगा, लेकिन बंदा नहीं बनेगा। जिहड़ा परमात्मा दा बनाया हुआ जिहड़ा असीं ढा देंगे, ये मंदिर गुरुद्वारा ये मुड़ के नहीं बनेगा। तुसीं देख लो कित्थे गए साडे पिछले, किधर गए है, जिहड़े साडे विच रहिंदे हो किधर गए ने। क्या असीं उन्हां नूं बना सकते हैं, मुड़ के लिया सकते हैं, साडे सामने आ सकते हैं। होर चीज़ां असीं बना सकते हैं। कोई मकान गिर जाएगा मुड़ के बना लवांगे, मंदिर गिर जाएगा मुड़ के बना लवांगे, मस्जिद नूं बना लवांगे, हर चीज़ नूं असीं बना सकते हैं। लेकिन ये जिहड़ा परमात्मा दा बनाया होया मकान है, मंदिर है, मस्जिद है, इस नूं नहीं असीं बना सकते, इस नूं नहीं असीं बना सकते। इसे वास्ते फकीर जिहड़े है इहदी बहुत ही तारीफ करदे आ और बहुत कदर करदे आ। जे तू चाहे उस मौला नूं, जे तू चाहे उस मौला नूं हर जाई अर थाई, देख सूरत बंदे दी मूर्ख जिस विच वसदा साईं। जे तू उस मालिक नूं देखना है हर जगह ते, हर थां ते देखना है, तो फिर बंदे नूं देख लै, बंदे दे विच वसदा जे वो बंदे दे विच रहिंदा जे, तू इनू देख लै।
ਸਾਰੇ ਫਕੀਰਾਂ ਨੇ। ਹਰ ਇੱਕ ਜਗ੍ਹਾ ਤੁਸੀਂ ਕਿਸੇ ਵੇਦ ਸ਼ਾਸਤਰ ਨੂੰ ਪੜ੍ਹ ਲਓ, ਗੀਤਾ ਨੂੰ ਪੜ੍ਹ ਲਓ, ਔਰ ਗ੍ਰੰਥਾਂ ਨੂੰ ਪੜ੍ਹ ਲਓ, ਕਿਸੇ ਨੂੰ ਪੜ੍ਹੋ, ਉਹਨਾਂ ਇਸ਼ਾਰਾ ਇਹੀ ਮਨੁੱਖਾ ਜਨਮ ਦਾ ਦਿੱਤਾ ਹੈ ਕਿ ਇਹਦੇ ਵਿੱਚ ਹੀ ਪਰਮਾਤਮਾ ਰਹਿੰਦਾ ਹੈ। ਲੇਕਿਨ ਇਹਦੇ ਬਾਰੇ ਅਸੀਂ ਕਦੀ ਸੋਚਿਆ ਨਹੀਂ। ਅਸੀਂ ਇਸ ਮਨੁੱਖ ਜਨਮ ਦਾ ਕਦਰ ਨਹੀਂ ਕਰਦੇ। ਇਹ ਸਾਡਾ ਮਨੁੱਖਾ ਜਨਮ ਐਵੇਂ ਬਰਬਾਦ ਜਾ ਰਿਹਾ। ਕਿੱਥੋਂ ਸੁੱਖ ਲੈਵਾਂਗੇ ਅਸੀਂ? ਕਿੱਥੋਂ ਸਾਨੂੰ ਸੁੱਖ ਮਿਲੇਗਾ? ਜਦ ਇਹ ਸਾਡਾ ਮੰਦਰ ਗਿਰ ਜਾਏਗਾ, ਇਹ ਕਾਵਾ ਗਿਰ ਜਾਏਗਾ, ਫਿਰ ਮੁੜ ਕੇ ਨਹੀਂ ਬਣਨਾ। ਫਿਰ ਸਾਨੂੰ 84 ਵੀ ਜਾਣਾ ਪਏਗਾ। 84 ਦੇ ਕੁੱਤੇ ਬਿੱਲੇ, ਕੀੜੇ ਮਕੌੜੇ, ਪਸ਼ੂ ਪਰਿੰਦੇ, ਭੂਤ ਪ੍ਰੇਤ ਸਾਨੂੰ ਬਣਨਾ ਪਏਗਾ। ਕੀ ਹਾਲਤ ਸਾਡੀ ਹੋਏਗੀ? ਹੁਣ ਤੁਸੀਂ ਦੇਖੋ, ਬਾਹਰ ਜਿਤਨੇ ਵੀ ਇੱਕ ਮਨੁੱਖਾ ਜਨਮ ਤੋਂ ਉਠਾ ਜਨਮ ਨੇ, ਬਾਹਰ ਸਾਨੂੰ ਠੰਡ ਸਰਦੀ ਲੱਗ ਰਹੀ ਹੈ, ਅਸੀਂ ਕੱਪੜੇ ਵੀ ਲਗਾਉਂਦੇ ਹਾਂ, ਖਾਣੇ ਵੀ ਖਾਂਦੇ ਹਾਂ, ਕਈ ਇੰਤਜ਼ਾਮ ਸਾਡੇ ਨੇ। ਉਹਨਾਂ ਦਾ ਕੀ ਇੰਤਜ਼ਾਮ ਹੈ? ਉਹਨਾਂ ਦੇ ਵਾਸਤੇ ਕੀ ਇੰਤਜ਼ਾਮ ਹੈ? ਉਹਨਾਂ ਨੂੰ ਵੀ ਦੁੱਖ ਹੈ, ਉਹਨਾਂ ਨੂੰ ਵੀ ਦੁੱਖ ਪੈਦਾ ਹੋ ਰਿਹਾ, ਪਰ ਕੀ ਕਰਨ? ਜੋ ਕਰਮ ਕੀਤਾ ਸੋ ਲੈਣਾ, ਜੈਸਾ ਕਰਮ ਕੀਤਾ ਐਸਾ ਲੈਣਾ। ਹਾਂਜੀ। जीवन माटी हो रहो, साईं सन्मुख होए, दादू पहले मर रहो, पीछे मरे सब कोए। ਮਰਨ ਦਾ ਮਕਸਦ ਕੀ ਹੈ ਕਿ ਇਹਦੀਆਂ ਖਾਸ਼ਾਂ ਜਿਹੜੀਆਂ ਨੇ ਉਹ ਸਾਡੀਆਂ ਖਾਸ਼ਾਂ ਪਹਿਲਾਂ ਖਤਮ ਹੋਣੀਆਂ ਚਾਹੀਦੀਆਂ। ਸਾਡੀਆਂ ਜਦੋਂ ਖਾਸ਼ਾਂ ਖਤਮ ਹੋ ਗਈਆਂ, ਅਸੀਂ ਬਿਲਕੁਲ ਨਰੋਲ ਹੋ ਗਏ, ਦੁਨੀਆ ਵੱਲੋਂ ਅਸੀਂ ਮਰ ਗਏ ਔਰ ਦੂਜੇ ਪਾਸੇ ਅਸੀਂ ਜੀਂਦੇ ਹੋ ਗਏ। ਸਾਡਾ ਪਿਆਰ ਪ੍ਰਭੂ ਪਰਮਾਤਮਾ ਦੇ ਨਾਲ ਲੱਗ ਜਾਏਗਾ, ਸਾਡੀ ਅਸਲੀ ਖਾਸ਼ ਜਿਹੜੀ ਹੈ ਉਸ ਪਾਸੇ ਚਲਾ ਜਾਏਗੀ। ਸਾਡੀਆਂ ਸਾਰੀਆਂ ਖਾਸ਼ਾਂ ਹੋਰ ਬੰਦ ਹੋ ਜਾਣਗੀਆਂ ਔਰ ਇੱਕ ਖਾਸ਼ ਸਾਡੇ ਮਾਲਕ ਦੇ ਮਿਲਣ ਦੀ ਰਹਿ ਜਾਏਗੀ। ਫਕੀਰਾਂ ਦੀ ਇੱਕ ਖਾਸ਼ ਜ਼ਰੂਰ ਹੁੰਦੀ ਹੈ, ਸਾਰੀਆਂ ਖਾਸ਼ਾਂ ਨੂੰ ਖਤਮ ਕਰਕੇ ਤੇ ਇੱਕ ਖਾਦ ਨੂੰ ਮੁਕੰਮਲ ਰੱਖਦੇ, ਇੱਕ ਖਾਸ਼ ਨੂੰ ਕਿ ਜਿਹੜੀ ਈਸ਼ਵਰ ਦੇ ਨਾਲ ਮਿਲਣਾ ਹੈ, ਈਸ਼ਵਰ ਦਾ ਪਿਆਰ ਲੈਣਾ ਹੈ, ਈਸ਼ਵਰ ਦਾ ਨਾਮ ਜਪਣਾ ਹੈ। ਇਹ ਖਾਸ਼ ਜਿਹੜੀ ਹਮੇਸ਼ਾ ਹੀ ਵਾਸਤੇ ਉਹਨਾਂ ਦੇ ਵਿੱਚ ਰਹਿੰਦੀ ਹੈ। ਹਾਂਜੀ। दादू दावा दूर कर, निर्दाने दिन कट, केते सौदा कर गए, पंसारी के हाट। ਦਾਦੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਿਹਾ ਹੈ ਕਿ ਐ ਦਾਦੂ, ਦਾਵੇ ਨੂੰ ਦੂਰ ਕਰ ਦੇ। ਮੁਸਲਮਾਨ ਜਿਹਨੂੰ ਅਸੀਂ ਹੰਕਾਰ ਤੇ ਮਾਣ ਕਹਿੰਦੇ ਆ, ਉਹ ਦਾਵਾ ਕਹਿੰਦੇ। ਕਿਸੇ ਵੀ ਚੀਜ਼ ਦਾ ਤੂੰ ਦਾਵਾ ਨਾ ਕਰ। ਭਾਈ ਇੱਥੇ ਕਈ ਆਏ ਔਰ ਇੱਥੇ ਸੌਦਾ ਕਰਕੇ ਚਲਾ ਗਿਆ। ਇਹ ਪੰਸਾਰੀ ਦਾ ਹੱਟ ਸੰਸਾਰ ਚੱਲਦਾ ਹੀ ਰਿਹਾ। ਇਹ ਸੰਸਾਰ ਚੱਲਦਾ ਰਿਹਾ, ਇਹਦੇ 'ਚ ਕੋਈ ਕਮੀ ਨਹੀਂ ਆਈ, ਪਰ ਜੋ ਜੋ ਕਿਸੇ ਨੇ ਸੌਦਾ ਕੀਤਾ ਉਹਦਾ ਹੀ ਫਾਇਦਾ ਲੈਣਾ ਹੈ। 47 ਦੇ ਬਾਅਦ ਅਸੀਂ ਸੋਚਿਆ, ਦੇਖਿਆ, ਜਿਹਨੇ 47 ਦੇਖੀ ਹੈ ਨਾ ਉਹਨੂੰ ਪਤਾ ਹੈ ਵੀ ਕੀ ਹੋਇਆ। ਇਤਨੇ ਪਸ਼ੂ ਮਰੇ, ਅਸੀਂ ਇਹ ਸੋਚਦੇ ਹਾਂ ਕਿ ਪਸ਼ੂ ਲੈਣੇ ਕਿੱਥੋਂ ਨਾ ਹੋਣ। ਇਸ ਤਰ੍ਹਾਂ ਬੰਦੇ ਮਰੇ ਹੈ ਕਿ ਜਿਸ ਤਰ੍ਹਾਂ ਪੱਠੇ ਕੁਤਰਦੇ ਆ ਲੋਕੀ ਟੋਕਿਆਂ 'ਚ, ਇੱਦਾਂ ਕੁਤਰੇ ਗਏ। ਸਾਡੇ ਅੱਖੀਂ ਦੇਖਦੇ ਹਾਂ ਸਭ ਕੁਝ ਹੋਇਆ, ਲੇਕਿਨ ਇਹ ਪੰਸਾਰੀ ਦਾ ਹੱਟ ਫਿਰ ਉੱਦਾਂ ਦਾ ਉੱਦਾਂ ਰਿਹਾ ਹੈਗਾ। ਇੱਥੇ ਕੋਈ ਕਮੀ ਨਹੀਂ ਆਈ, ਮਗਰ ਜੋ ਜੋ ਵੀ ਕੋਈ ਸੌਦਾ ਇੱਥੇ ਕਰ ਜਾਂਦਾ ਹੈ, ਉਹੀ ਉਸ ਸੌਦੇ ਦਾ ਉਹਨੂੰ ਫਾਇਦਾ ਮਿਲਦਾ ਹੈ। ਜਿਸ ਨੇ ਚੋਰੀ ਕੀਤੀ, ਚੋਰੀ ਦਾ ਫਾਇਦਾ, ਜੁਆਰੀਏ ਨੂੰ ਜੁਆਰੀਏ ਦਾ ਫਾਇਦਾ ਹੈ, ਔਰ ਜਿਹੜੇ ਗਲਤ ਕਰਮ ਕਰਦੇ ਉਹਨਾਂ ਨੂੰ ਉਹ ਫਾਇਦਾ ਮਿਲਣਾ ਹੈ।
ਜਿਹੜੇ ਫਕੀਰ ਨਾਮ ਜਪਦੇ ਹੈ, ਈਸ਼ਵਰ ਦੀ ਭਗਤੀ ਕਰਦੇ ਹੈ, ਸਾਧ ਸੰਗਤ ਨਾਲ ਪਿਆਰ ਕਰਦੇ ਹੈ, ਉਹਨਾਂ ਨੂੰ ਉਹ ਫਾਇਦਾ ਮਿਲਦਾ। ਸੌਦਾ ਸਾਰੇ ਹੀ ਇੱਥੇ ਕਰ ਰਹੇ ਹੈ, ਸਾਰੇ ਸੌਦਾ ਲੈ ਰਹੇ ਹੈ, ਪਰ ਸੌਦੇ 'ਚ ਫਰਕ ਹੈ। ਕੋਈ ਸੋਨਾ ਖਰੀਦਦਾ ਹੈ, ਕੋਈ ਸਬਜ਼ੀ ਖਰੀਦਦਾ ਹੈ, ਕੋਈ ਆਟਾ ਦਾਲ ਖਰੀਦਦਾ ਹੈ, ਕੋਈ ਆਟਾ ਖਰੀਦਦਾ, ਕੋਈ ਚੌਲ ਖਰੀਦਦਾ ਹੈ, ਤੇ ਕੋਈ ਹੀਰੇ ਮੋਤੀ ਖਰੀਦਦਾ ਹੈ। ਫਕੀਰ ਜਿਹੜੇ ਹੈ ਉਹ ਹੀਰੇ ਮੋਤੀ ਖਰੀਦਦੇ ਹੈ, ਉਹ ਈਸ਼ਵਰ ਦਾ ਨਾਮ ਜਪਦੇ ਹੈ ਜਿਹਦੀ ਕੋਈ ਕੀਮਤ ਨਹੀਂ। ਬਾਕੀ ਹਰ ਚੀਜ਼ ਦੀ ਕੀਮਤ ਹੈ, ਹਰ ਚੀਜ਼ ਮਿਲਦੀ ਹੈ, ਲੇਕਿਨ ਇਹ ਮਿਲਣਾ ਬਹੁਤ ਮੁਸ਼ਕਲ ਹੈ। ਉਹ ਈਸ਼ਵਰ ਦਾ ਨਾਮ ਜਿਹੜਾ ਉਹ ਜਪਦੇ ਹੈ ਜਿਹਦੇ ਨਾਲ ਸਾਡੀ ਕਲਿਆਣ ਹੋਣੀ ਹੈ ਔਰ ਜਿਹਦੇ ਨਾਲ ਸਾਨੂੰ ਸੁੱਖ ਮਿਲਦਾ ਹੈ। ਔਰ ਕਿਸੇ ਵੀ ਕੰਮ ਨਾਲ ਸਾਨੂੰ ਸੁੱਖ ਨਹੀਂ ਮਿਲ ਸਕਦਾ। ਤੁਸੀਂ ਹਰ ਪਾਸੇ ਧਿਆਨ ਦਿਓ, ਰਾਜਿਆਂ ਮਹਾਰਾਜਿਆਂ ਵੱਲ ਧਿਆਨ ਦਿਓ, ਸ਼ਾਹੂਕਾਰਾਂ ਵੱਲ ਧਿਆਨ ਦਿਓ, ਬੜੇ ਬੜੇ ਪਰਿਵਾਰ ਜਿਨ੍ਹਾਂ ਦੇ ਉਹਨਾਂ ਵੱਲ ਧਿਆਨ ਦਿਓ। ਕੀ ਸੁੱਖ ਹੈ? ਕਿੱਥੋਂ ਸੁੱਖ ਲਏਗਾ ਬੰਦਾ? ਇੱਕ ਫਕੀਰ ਨੇ ਲਿਖਿਆ, ਨਾ ਸੁਖ ਵਿੱਚ ਗ੍ਰਸਦੇ, ਨਾ ਛੱਡ ਗਿਆ, ਸੁਖ ਹੈ ਵਿੱਚ ਸੰਦੋਖ ਦੇ, ਜਾਂ ਸੰਤਾਂ ਦੀ ਸ਼ਰਨ ਪਿਆ। ਸੁਖ ਭਾਈ ਸੰਦੋਖ 'ਚ ਮਿਲਣਾ ਹੈ, ਜਾਂ ਕਿਸੇ ਮਹਾਂਪੁਰਖਾਂ ਦੀ ਸ਼ਰਨ ਵਿੱਚ ਜਾ ਕੇ ਅਸੀਂ ਉਹਨਾਂ ਪਾਸੋਂ ਸਲਾਹ ਮਸ਼ਵਰਾ ਲੈਵਾਂਗੇ। ਜੋ ਵੀ ਸਾਨੂੰ ਉਹ ਸਲਾਹ ਦੇਣਗੇ ਉਸ ਸਲਾਹ 'ਤੇ ਅਸੀਂ ਚੱਲਣ ਦੀ ਕੋਸ਼ਿਸ਼ ਕਰਾਂਗੇ, ਫਿਰ ਸਾਨੂੰ ਸੁੱਖ ਮਿਲੇਗਾ। ਉਹ ਸਾਨੂੰ ਚੰਗਾ ਕੰਮ ਦੱਸਣਗੇ, ਮਾੜਾ ਨਹੀਂ ਦੱਸਦੇ, ਅੱਛਾ ਕੰਮ ਦੱਸਣਗੇ ਜਿਹਦੇ ਨਾਲ ਸਾਡੀ ਕਲਿਆਣ ਹੋ ਜਾਏਗੀ। ਹਾਂਜੀ। ਦਾਦੂ ਦਾਵਾ ਦੂਰ ਕਰ, ਨਿਰਦਾਵੇ ਦਿਨ ਕੱਟ, ਕੇਤੇ ਸੌਦਾ ਕਰ ਗਏ, ਪੰਸਾਰੀ ਕੇ ਹਾਟ। ਸਾਡੇ ਅੰਦਰ ਹਰ ਇੱਕ ਚੀਜ਼ ਦਾ ਹੰਕਾਰ ਤੇ ਮਾਣ ਰਹਿੰਦਾ ਹੈ। ਕਿਸੇ ਨੂੰ ਦੌਲਤ ਮਾਇਆ ਦਾ ਮਾਣ ਹੈ, ਕਿਸੇ ਨੂੰ ਅਕਲ ਸ਼ਕਲ ਦਾ ਮਾਣ ਹੈ, ਕਿਸੇ ਨੂੰ ਧੀਆਂ ਪੁੱਤਰਾਂ ਦਾ ਮਾਣ ਹੈ, ਕਿਸੇ ਨੂੰ ਰਿਸ਼ਤੇਦਾਰਾਂ ਦਾ ਮਕਾਨ ਹੈ, ਇਹ ਮਾਣ ਹੈ। ਇਸ ਤਰ੍ਹਾਂ ਸਾਨੂੰ ਹਰ ਬੰਦੇ ਨੂੰ ਸਾਡੇ ਅੰਦਰ ਕੋਈ ਨਾ ਕੋਈ ਹੰਕਾਰ ਤੇ ਮਾਣ ਚੱਲਦਾ ਰਹਿੰਦਾ। ਪਰ ਦਾਦੂ ਸਾਹਿਬ ਜੀ ਕਹਿੰਦੇ ਤੂੰ ਕਿਸੇ ਵੀ ਚੀਜ਼ ਦਾ ਮਾਣ ਨਾ ਕਰ, ਇਹ ਸਭ ਨਾਸ਼ਵਾਨ ਚੀਜ਼ਾਂ ਨੇ, ਇਹ ਕੋਈ ਵੀ ਤੇਰਾ ਸਾਥ ਦੇਣ ਵਾਲੀ ਨਹੀਂ। ਬਿਨ ਦਾਵੇ ਦਿਨ ਕੱਟ, ਜਿਹੜੇ ਵੀ ਦਿਨ ਇੱਥੇ ਕੱਟਣੇ ਹੈ ਤੇ ਬਗੈਰ ਦਾਵੇ ਦੇ, ਬਗੈਰ ਹੰਕਾਰ ਤੇ ਮਾਣ ਦੇ ਦਿਨ ਕੱਟ। ਦੇਖ ਇੱਥੇ ਕਈ ਸੌਦਾ ਕਰ ਗਏ ਹੈ, ਬੜੇ ਬੜੇ ਦੁਨੀਆ 'ਤੇ ਆਏ ਹੈ, ਔਰ ਜੋ ਜੋ ਵੀ ਉਹਨਾਂ ਸੌਦਾ ਕੀਤਾ ਉਹਨਾਂ ਨੂੰ ਉਹ ਮਿਲਣਾ ਹੈ। ਜਿਸ ਨੇ ਚੰਗਾ ਕੀਤਾ ਚੰਗਾ ਮਿਲੇਗਾ, ਜਿਸ ਨੇ ਮਾੜਾ ਕੀਤਾ ਮਾੜਾ ਮਿਲੇਗਾ। ਹਾਂਜੀ। ਦਾਦੂ ਦਾਵਾ ਆਦ ਕਾ, ਨਿਰਦਾਵਾ ਕੈਸਾ, ਦਿਲ ਕੀ ਦੁਰਮਤ ਦੂਰ ਕਰ, ਸੌਦਾ ਕਰ ਐਸਾ। ਦਾਦੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ। ਅਸੀਂ ਬਹੁਤ ਸਾਰੇ ਲੋਕ ਜਦੋਂ ਵੀ ਕਿਸੇ ਨਾਲ ਗੱਲ ਕਰਦੇ ਹਾਂ, ਅਸੀਂ ਕਹਿੰਦੇ ਹਾਂ ਜੀ ਸਾਡੇ 'ਚ ਕੋਈ ਮਾਣ ਨਹੀਂ ਹੈ, ਸਾਡੇ 'ਚ ਕੋਈ ਹੰਕਾਰ ਨਹੀਂ ਹੈ। ਪਰ ਦਾਦੂ ਸਾਹਿਬ ਜੀ ਫਰਮਾਉਂਦੇ ਹੈ ਕਿ ਇਹ ਤੇਰਾ ਪਤਾ ਲੱਗ ਜਾਏਗਾ ਕਿ ਤੇਰੇ ਵਿੱਚ ਹੰਕਾਰ ਤੇ ਮਾਣ ਹੈ ਜਾਂ ਨਹੀਂ ਹੈ। ਐ ਦਾਦੂ ਤੂੰ ਦਾਵੇ ਨੂੰ ਦੂਰ ਕਰ, ਬਿਨ ਦਾਵੇ ਕੈਸਾ, ਦਿਲ ਕੀ ਦੁਰਮਤ ਦੂਰ ਕਰ, ਸੌਦਾ ਕਰ ਐਸਾ। ਤੂੰ ਦਿਲ ਦੀ ਦੂਈ ਨੂੰ ਦੂਰ ਕਰ, ਇਹ ਸੌਦਾ ਕਰ, ਫਿਰ ਪਤਾ ਲੱਗੇਗਾ ਕਿ ਤੇਰੇ 'ਚ ਦਾਵਾ ਹੈ ਜਾਂ ਨਹੀਂ ਹੈ। ਜੇ ਤੇਰੇ ਵਿੱਚ ਦੂਈ ਹੈ, ਸਾਈਂ ਬੁੱਲੇ ਸ਼ਾਹ ਨੇ ਕਿਹਾ ਦੂਈ ਦੂਰ ਕਰ, ਕੋਈ ਹੋਰ ਨਹੀਂ, ਸਭ ਸਾਧ ਦੱਸੇ ਕੋਈ ਚੋਰ ਨਹੀਂ। ਭਾਈ ਤੂੰ ਦੂਈ ਨੂੰ ਦੂਰ ਕਰ ਦੇ, ਸਭ ਪਰਮਾਤਮਾ ਦੇ ਜੀਵ ਨੇ,
उस ईश्वर दे जीव ने सारे, कोई होर तो है नहीं। लेकिन उस दूई ने दूर किसी महापुरखा ही किया है। साढ़े विच तो दूई ही प्रवेश करती रहती है। वो महापुरख ही दूर करते हैं जिहड़े सारिਆਂ नाल प्यार करते हैं। वो चंगे नाल प्यार करते हैं, माड़े नाल भी प्यार करते हैं। वो सारिਆਂ ਨੂੰ बचाउणा चाहुंदे हैं इस दुनिया चों, हर तरीके नाल बचाउण दी कोशिश करते हैं। लेकिन जे उन्हां दे आखे लग जाए बंदा तो बच सकता है, उन्हां दे सूलां ते चले। अगर नहीं आखे लगे तो फिर की। स्वामी जी महाराज ने बाणी च फरमाया है, राधा स्वामी कहत सुनाई, नहीं मनो ते भुगतो पाई। स्वामी जी महाराज ने फरमाया है कि असीं तुहानूं कह के सुना दिता है, अगर तुसीं नहीं मनोगे तो तुहानूं ही भुगतना पैना, असीं नहीं भुगतना। ये दुख तुहानूं सहना पैणगे जे तुसीं ना मनोगे। हाँ जी। दादू दावा आद का निर्दावा कैसा, दिल की दुर्मत दूर कर सौदा कर ऐसा, नाही तहाँ से सब हुआ फिर नाही हो जाए, दादू नाही हो रहो साहिब से लो लाए। दादू साहब जी बड़े प्यार दे नाल फरमा रहे है, ऐ दादू जो कुछ भी तू करना है इसे जन्म दे विच कर सकदा है, इस तो बाद तू कुछ भी नहीं कर सकता। ऐस जन्म के बाद तू कहेगा कि मैं भगती करांगा, कादे नाल भगती करेगा? तेरी भुख दूर नहीं हो सकनी, तेरी प्यास दूर नहीं हो सकनी, तैनूं बहन खलोण वास्ते जगह ही नहीं मिलनी। तू किस तरह भगती करे, किस तरह तू सुख लएगा? ऐसे जन्म दे विच तू जो कुछ करना है कर लै। इस जन्म विच तैनूं परमात्मा ने तेरी सेवटी वास्ते हर एक चीज़ बनाई है, हर एक चीज़ तेरे सुख वास्ते बनाई है। देखो मालिक ने मनुष्य जन्म वास्ते मकान भी बनाए, कपड़े भी बनाए है, खाना पीना भी बनाया है। बड़े आराम दे नाल असी अपनी मर्जी नाल खांदे पींदे हाँ, अपनी मर्जी नाल बैठते खड़ोंदे हाँ। इनू खुद मुख्तियारी दी है उस मालिक ने। दूसरियां जूना वाल देखो तुसी की हालत उन्हां दी हो रही है। उन्हां वाल देख के सानू डर आना चाहिए ते असी संतां महापुरखां दे कहने मुताबिक चलना चाहिए कि किते सानू मुड़ के उस जगह ना जाना पवे, किते उसे जन्मां दे विच नहीं सानू जाना पवे। इस गल तो सानू डरना चाहिए, हर समय ही डरना चाहिए। इसे वास्ते स्वामी जी महाराज फरमाते हैं, मौत से डरते रहो दिन रात। भाई डर, दिन रात डर। तू किसी की मौत वाल ना देख, अपनी वाल देख। हाँ जी। नाही तहाँ से सब हुआ फिर नाही हो जाए, फिर नहीं होगा कुछ भी। दादू साहब जी फरमाते हैं कि फिर तो कुछ नहीं कर सकता तू, हुणे जो कुछ करना हुणे कर ले, हुण तैनूं टाइम मिलिया है। हाँ जी। दादू नाही हो रहो साहिब से लो लाए, उपजे बिन से गुण तरे ये माया का रूप, दादू देखत थिर नहीं छिन छाया छिन तूप।
ਜਿੱਥੇ ਸਾਡਾ ਮਨ 24 ਘੰਟੇ ਵੱਜਾ ਰਹਿੰਦਾ ਹੈ, ਜਿਹਦੇ ਵਾਸਤੇ ਅਸੀਂ ਦਿਨ ਰਾਤ ਮਾੜੇ ਕਰਮ ਕਰਕੇ ਜਿਸ ਨੂੰ ਅਸੀਂ ਆਪਣੇ ਦੌਲਤ ਮਾਇਆ ਇਕੱਠੀ ਕਰਦੇ ਹਾਂ ਜਾਂ ਔਰ ਜਾਇਦਾਦਾਂ ਬਣਾਉਂਦੇ ਹਾਂ, ਉਹਦੇ ਬਾਰੇ ਦਾਦੂ ਸਾਹਿਬ ਜੀ ਫਰਮਾ ਰਹੇ, ਭਾਈ ਇਹ ਥਿਰ ਰਹਿਣ ਵਾਲੀ ਚੀਜ਼ ਨਹੀਂ, ਇਹ ਇੱਕ ਦਰਖਤ ਦਾ ਸ਼ੌਰਾ ਹੈ। ਦਰਖਤ ਦਾ ਸ਼ੌਰਾ ਦਿਹਾੜੀ ਵਿੱਚ ਕਿਤੇ ਨਾ ਥਾਂ 'ਤੇ ਬਦਲਦਾ ਹੈ। ਸਵੇਰੇ ਕਿੱਧਰ ਹੁੰਦਾ ਹੈ, ਦੁਪਹਿਰ ਵੇਲੇ ਕਿੱਧਰ ਜਾਂਦਾ ਹੈ, ਸ਼ਾਮ ਵੇਲੇ ਕਿੱਧਰ ਜਾਂਦਾ ਹੈ। ਇੱਕ ਦਿਨ ਦੇ ਵਿੱਚ ਕਿਤਨੀਆਂ ਤਬਦੀਲੀਆਂ ਉਸ ਦੀਆਂ ਹੁੰਦੀਆਂ ਨੇ। ਐ ਦਾਦੂ, ਇਹ ਥਿਰ ਰਹਿਣ ਵਾਲੀ ਚੀਜ਼ ਨਹੀਂ। ਫਕੀਰ ਜਦ ਨਾਮ ਜਪਦੇ ਹੈ, ਉਹਨਾਂ ਨੂੰ ਹਰ ਚੀਜ਼ ਵੱਲ ਦੇਖਣਾ ਪੈਂਦਾ ਹੈ। ਖਾਣਾ ਪੀਣਾ ਦੇਖਣਾ ਪੈਂਦਾ ਹੈ, ਰਹਿਣਾ ਬਹਿਣਾ ਦੇਖਣਾ ਪੈਂਦਾ ਹੈ। ਇੱਕ ਫਕੀਰ ਸੀ, ਬਾਹਰ ਜਦ ਵੀ ਕਿਤੇ ਪਿੰਡ ਸ਼ਹਿਰ ਵਿੱਚ ਜਾਣਾ ਤੇ ਬਾਹਰ ਲੋਕਾਂ ਨੂੰ ਪੁੱਛਣਾ ਕਿ ਕੋਈ ਨੇਕ ਪਾਕ ਬੰਦਾ ਹੈ, ਕੋਈ ਰੱਬ ਦੇ ਭੈ ਵਾਲਾ ਹੈ, ਤਾਂ ਜੈਸਾ ਕੋਈ ਹੁੰਦਾ ਵੈਸਾ ਲੋਕੀ ਦੱਸ ਦਿੰਦੇ ਹੈ। ਕਿਸੇ ਨੇ ਦੱਸਿਆ ਕਿ ਇੱਥੇ ਇੱਕ ਮਾਈ ਹੈ, ਉਹ ਸੂਤਰ ਕੱਤ ਕੇ ਗੁਜ਼ਾਰਾ ਕਰਦੀ ਹੈ। ਮਹਾਤਮਾ ਜੀ, ਉਹਦੀ ਕਮਾਈ ਵਿੱਚ ਕੋਈ ਰਲਾ ਨਹੀਂ ਹੈਗਾ, ਬੜੀ ਨਰੋਲ ਕਮਾਈ ਹੈ ਉਸ ਦੀ, ਤੁਸੀਂ ਉਹਦੇ ਘਰ ਚਲੇ ਜਾਓ। ਮਹਾਤਮਾ ਉਸ ਮਾਈ ਦੇ ਘਰ ਚਲਾ ਗਿਆ। ਇੱਕ ਦੋ ਦਿਨ ਰਿਹਾ, ਭਜਨ ਬਣਦਾ ਰਿਹਾ। ਇੱਕ ਦਿਨ ਮਾਈ ਨੇ ਉਹਦੇ ਪੜੋਸ ਵਿੱਚ ਕੰਜਰੀ ਦਾ ਘਰ ਸੀ। ਜਦੋਂ ਕੰਜਰੀ ਨੇ ਆਪਣਾ ਗੈਸ ਜਗਾਇਆ ਰਾਤ ਵੇਲੇ ਤੇ ਬਾਰੀ ਰਾਹੀਂ ਮਾਈ ਦੇ ਕਮਰੇ 'ਚ ਉਹਦੀ ਰੋਸ਼ਨੀ ਪਈ ਤੇ ਮਾਈ ਨੇ ਆਪਣਾ ਦੀਵਾ ਬੁਝਾ ਦਿੱਤਾ। ਦੀਵਾ ਬੁਝਾ ਦਿੱਤਾ। ਉਸ ਰੋਸ਼ਨੀ ਦੇ ਨਾਲ ਉਸ ਨੇ ਸੂਤਰ ਕੱਤਿਆ ਔਰ ਉਹ ਸੂਤਰ ਜਦ ਬਾਜ਼ਾਰ ਵੇਚਿਆ, ਰਾਸ਼ਨ ਪਾਣੀ ਲਿਆਂਦਾ। ਜਦੋਂ ਮਹਾਤਮਾ ਨੇ ਖਾਧਾ ਤਾਂ ਫਿਰ ਮਨ ਕਿੱਥੇ ਖਲੋਵੇ, ਮਨ ਤੋਂ ਸਲਾਂਗਾ ਮਾਰੇ। ਮਹਾਤਮਾ ਨੇ ਸੋਚਿਆ ਹੁਣ ਮਾਈ ਦੀ ਕਮਾਈ 'ਚ ਹਰਾਮ ਦਾ ਦਖਲ ਹੋ ਗਿਆ। ਮਾਈ ਸਾਨੂੰ ਛੁੱਟੀ ਦੇ, ਅਸੀਂ ਚਲੀਏ, ਤੇਰੀ ਨਰੋਲ ਕਮਾਈ ਨਹੀਂ ਰਹੀ। ਜਿਹੜਾ ਬੰਦਾ ਕੁਛ ਕਰਦਾ ਉਹਨੂੰ ਸਮਝ ਨਹੀਂ ਆਉਂਦੀ, ਇਹ ਦੂਸਰੇ ਨੂੰ ਪਤਾ ਹੁੰਦਾ ਹੈ। ਮਾਈ ਨੇ ਸੋਚਿਆ ਕਿ ਮੇਰੀ ਕਮਾਈ 'ਚ ਕੀ ਹੋਇਆ। ਮਹਾਤਮਾ ਜੀ, ਤੁਸੀਂ ਇੱਕ ਦੋ ਦਿਨ ਰਹੋ ਤੇ ਮੈਨੂੰ ਦੱਸੋ ਮੇਰੀ ਗਲਤੀ ਕੀ ਹੈ। ਮਹਾਤਮਾ ਇੱਕ ਦਿਨ ਫਿਰ ਰਿਹਾ। ਜਦੋਂ ਉਸ ਨੇ ਗੈਸ ਜਗਾਇਆ ਕੰਜਰੀ ਨੇ ਰਾਤ ਵੇਲੇ, ਤੇ ਮਾਈ ਨੇ ਆਪਣਾ ਦੀਵਾ ਬੁਝਾ ਦਿੱਤਾ। ਤੇ ਮਹਾਤਮਾ ਨੇ ਕਿਹਾ, ਮਾਈ ਇਹ ਹੁਣ ਨੁਕਸ ਜੇ, ਤੂੰ ਕੰਜਰੀ ਦੇ ਗੈਸ ਦੀ ਰੋਸ਼ਨੀ ਨਾਲ ਸੂਤਰ ਕੱਤ ਰਹੀ ਹੈ ਔਰ ਇਹਦੇ ਵਿੱਚ ਆਰਾਮ ਦਾ ਦਖਲ ਹੋ ਗਿਆ। ਤੇਰੀ ਕਮਾਈ ਜਿਹੜੀ ਨਰੋਲ ਨਹੀਂ ਰਹੀ। ਇੱਥੋਂ ਤੱਕ ਬੰਦਗੀ ਜਿਹੜੀ ਹੈ, ਜਿਹੜੇ ਸਾਧੂ ਬੰਦਗੀ ਕਰਦੇ ਹੈ, ਉਹ ਸਭ ਕੁਝ ਸੋਚਦੇ ਹੈ। ਖਾਣ ਪੀਣ ਵਾਸਤੇ ਸੋਚਦੇ, ਰਹਿਣ ਬਹਿਣ ਵਾਸਤੇ ਸੋਚਦੇ ਹੈ। ਇੱਕ ਮਹਾਤਮਾ ਦੀ ਕਈ ਵਾਰ ਸਾਖੀ ਸੁਣਾਈ ਹੈ ਕਿ ਉਹ ਕਿਸੇ ਪਿੰਡ ਦੇ ਲਾਗੇ ਰਹਿੰਦਾ ਸੀ ਤੇ ਰੋਜ਼ ਹੀ ਦਾਣਾ ਮੰਡੀ ਲੱਗਦੀ, ਉਸ ਮੰਡੀ 'ਚ ਜਾਣਾ, ਉੱਥੋਂ ਚਣੇ ਚੁੱਕ ਕੇ ਲਿਆਉਣੇ, ਭੁੰਨ ਕੇ ਤੇ ਉਹ ਚੱਬ ਲੈਣੇ ਤੇ ਪਾਣੀ ਪੀ ਕੇ ਲੈਣਾ, ਆਪਣਾ ਗੁਜ਼ਾਰਾ ਕਰਦੇ ਰਹਿਣਾ ਤੇ ਭਜਨ ਕਰਦੇ ਰਹਿਣਾ। ਇੱਕ ਦਿਨ ਬੱਦਲ ਲੱਗਾ ਤੇ ਸੋਚਿਆ ਅੱਜ 2 ਦਿਨ ਦੇ ਲੈ ਜਾਂਦੇ ਹਾਂ ਚੁਣ ਕੇ। ਜਦੋਂ 2 ਦਿਨ ਦੇ ਲਏ, ਇੱਕ ਦਿਨ ਦੇ ਬਣਾ ਲਏ, ਇੱਕ ਉਹਨਾਂ ਸਪੇਅਰ ਰੱਖੇ, ਪਰ ਰੱਖਣ ਵਾਸਤੇ ਥਾਂ ਨਹੀਂ ਸੀ। ਉਹਨਾਂ ਨੂੰ ਵੇਚ ਦਿੱਤਾ ਇੱਕ ਪਠਿਆਰਨ ਦੇ ਪਾਸ। ਇਹ ਕਾਨੇ ਦੇ ਵੇਚ ਦਿੱਤੇ ਕਿ ਸਵੇਰੇ ਅਸੀਂ ਇਹਦੇ ਮੁੱਲ ਲੈ ਲਵਾਂਗੇ। ਮੁੱਲ ਲੈਣ ਵਾਸਤੇ ਵੀ ਕਈ ਜਿਹੜੇ ਸ਼ਰੀਫ ਲੋਕ, ਅੱਛੇ ਲੋਕ ਨੇ, ਉਹ ਵੀ ਦੇਖਦੇ ਜੇ ਕਿਸੇ ਦਾ ਪਸ਼ੂ ਖਰੀਦਣਾ ਹੈ ਤਾਂ ਉਹ ਵੀ ਉਹਦੀ ਅਨੁਕਾਰੀ ਕਰਦਾ ਹੈ ਕਿ ਪਸ਼ੂ ਦੇ ਪਹਿਲਾਂ ਜਿਹੜਾ ਪਸ਼ੂ ਸੀ ਉਹ ਕਿੱਦਾਂ ਦਾ ਸੀ। ਜੇ ਕਿਸੇ ਦੇ ਕੋਈ ਅਨਾਜ ਖਰੀਦਦਾ ਤੇ ਉਹ ਵੀ ਕਹਿੰਦਾ ਵੀ ਇਹਦੀ ਕਮਾਈ ਕਿਸ ਤਰ੍ਹਾਂ ਦੀ ਹੈ, ਕਿਸ ਤਰ੍ਹਾਂ ਦੀ ਮਿਹਨਤ ਕਰਦਾ, ਕੋਈ ਅੱਛਾ ਬੰਦਾ ਹੈ। ਜਿਸ ਵਕਤ
उसने वो आने दे चने भुनाए पठारन को चबदा चबदा आया, बुद्ध परिष्ट हो गई। पिंड के बाहर एक छप्पड़ सी, उहदे एक लड़का खेलदा सी, उहदे गल च सोने का तबीर सी। पिंड का मोहतबार बंदा सी जिसका इको एक लड़का सी। उसने तबीत खोल लिया। उस लड़के नूं फड़ के ते पिछले जमानिਆਂ ਦੇ ਵਿੱਚ ਲੱਕੜਾਂ ਲੁਕੜਾਂ ਸੁੱਟ ਦਿੰਦੇ ਹੁੰਦੇ ਸੀ ਛੱਪੜਾਂ 'ਚ ਲੋਕੀ, ਲੱਕੜ ਦੇ ਥੱਲੇ ਦੇ ਦਿੱਤਾ। ਉਹ ਲੜਕਾ ਮਰ ਗਿਆ। ਜਿਸਲੇ ਲੜਕਾ ਮਰ ਗਿਆ ਤੇ ਰੌਲਾ ਪੈ ਗਿਆ ਪਿੰਡ ਵਿੱਚ, ਪੁਲਿਸ ਆ ਗਈ, ਸਾਰੇ ਅਣਕਾਰੀ ਹੋਣਾ ਸ਼ੁਰੂ ਹੋ ਗਈ, ਮਾਰਕੁੱਟ ਸ਼ੁਰੂ ਹੋ ਗਈ। ਜਦੋਂ ਉਹ ਫਕੀਰ ਭਜਨ ਬੈਠਾ, ਉਹ ਨਸ਼ਾ ਜਦੋਂ ਲੱਥਾ ਤੇ ਸੋਚਦਾ ਇਹ ਕੀ ਬਣਿਆ। ਇੱਕ ਮੈਂ ਪਾਪ ਕੀਤਾ, ਉਹ ਲੜਕਾ ਮਾਰਿਆ। ਦੂਸਰਾ ਪਾਪ ਹੈ ਜਿਹੜੇ ਅਣਜਾਣ ਬੰਦੇ ਹੈ ਜਿਨ੍ਹਾਂ ਨੂੰ ਪੁਲਿਸ ਮਾਰ ਕੁੱਟ ਕਰ ਰਹੀ ਹੈ, ਇਹ ਵੀ ਇੱਕ ਪਾਪ ਹੈ। ਪੁਲਿਸ ਦੇ ਪਾਸ ਉਹ ਫਕੀਰ ਚਲਾ ਗਿਆ ਕਿ ਮਹਾਰਾਜ ਇਹ ਲੜਕਾ ਤੇ ਮੈਂ ਮਾਰਿਆ। ਪੁਲਿਸ ਵਾਲਿਆਂ ਥਾਣੇਦਾਰ ਨੇ ਪੁੱਛਿਆ ਘਰ ਵਾਲਿਆਂ ਨੂੰ ਕਿ ਕਿਆ ਇਹਦਾ ਕੋਈ ਤੁਹਾਨੂੰ ਇਹਦੇ 'ਤੇ ਸ਼ੱਕ ਹੈਗਾ। ਉਹ ਕਹਿਣ ਲੱਗੇ ਜੀ ਇਹ ਬੜੇ ਚਿਰ ਦਾ ਸਾਡੇ ਪਾਸ ਰਹਿੰਦਾ ਇੱਥੇ ਲਾਗੇ, ਕੋਈ ਐਸਾ ਕੰਮ ਕਦੇ ਅਸੀਂ ਸੁਣਿਆ ਨਹੀਂ। ਉਸ ਨੇ ਤਵੀਤ ਕੱਟ ਕੇ ਦਿੱਤਾ। ਉਹ ਮੰਨਣ ਨਾ ਕਿ ਇਹ ਤਵੀਤ ਉਸ ਲੜਕੇ ਦਾ। ਇਹ ਤਵੀਤ ਮੈਂ ਖੋਲਿਆ ਔਰ ਲੜਕੇ ਨੂੰ ਮੈਂ ਮਾਰਿਆ। ਥਾਣੇਦਾਰ ਸਿਆਣਾ ਸੀ, ਉਸਨੇ ਇੱਕ ਸਿਪਾਹੀ ਭੇਜਿਆ ਕਿ ਮਹਾਤਮਾ ਜੀ ਤੁਸੀਂ ਕਿੱਥੋਂ ਆ ਰਹੇ ਸੀ, ਕੀ ਕਰ ਰਹੇ ਸੋ। ਕਹਿੰਦੇ ਪਠਿਆਰਨ ਪਾਸੋਂ ਮੈਂ ਦਾਣੇ ਲਏ ਹੈ, ਉਹ ਮੈਂ ਚਬਦਾ ਚਬਦਾ ਆ ਰਿਹਾ ਸੀ। ਪਠਿਆਰਨ ਦੇ ਪਾਸ ਇੱਕ ਸਿਪਾਹੀ ਨੂੰ ਭੇਜ ਦਿੱਤਾ। ਪੁੱਛਿਆ ਕਿ ਤੂੰ ਜਿਹੜੇ ਦਾਣੇ ਮਹਾਤਮਾ ਨੂੰ ਭੁੰਨ ਕੇ ਦਿੱਤੇ ਸੀ, ਉਹ ਦਾਣੇ ਕਿੱਥੋਂ ਲਏ ਸਨ। ਉਸ ਪਠਿਆਰ ਨੇ ਦੱਸਿਆ ਕਿ ਕਸਾਈ ਦੀ ਲੜਕੀ ਬਣਾ ਕੇ ਲੈ ਗਈ ਸੀ, ਉਹਦੇ ਦੀ ਜਿਹੜੀ ਚੁੰਗ ਬਚੀ ਸੀ ਉਹ ਮੈਂ ਮਹਾਤਮਾ ਨੂੰ ਭੁੰਨ ਕੇ ਦੇ ਦਿੱਤੀ। ਜਦੋਂ ਆ ਕੇ ਥਾਣੇਦਾਰ ਨੂੰ ਦੱਸਿਆ ਤੇ ਥਾਣੇਦਾਰ ਨੇ ਕਿਹਾ ਕਿ ਮਹਾਤਮਾ ਦਾ ਕਸੂਰ ਨਹੀਂ, ਇਹ ਦਾਣਿਆਂ ਦਾ ਕਸੂਰ ਹੈ। ਇਹ ਦਾਣਿਆਂ ਦਾ ਕਸੂਰ ਹੈ। ਉਹ ਰਾਮ ਦੇ ਦਾਣੇ ਮਹਾਤਮਾ ਨੇ ਖਾਧੇ, ਇਹਦੀ ਬੁੱਧ ਭ੍ਰਿਸ਼ਟ ਹੋ ਗਈ। ਕਬੀਰ ਸਾਹਿਬ ਜੀ ਮਹਾਰਾਜ ਵੀ ਬਾਣੀ 'ਚ ਫਰਮਾਉਂਦੇ ਹੈ, ਜੈਸਾ ਖਾਈਏ ਅੰਨ ਹੈ ਕਬੀਰ, ਜੈਸਾ ਖਾਈਏ ਅੰਨ ਤੈਸਾ ਹੋ ਜਾਏ ਮਨ। ਜੈਸਾ ਤੂੰ ਅੰਨ ਖਾਏਗਾ ਐਸਾ ਤੇਰਾ ਮਨ ਬਣ ਜਾਏਗਾ। ਅਸੀਂ ਦੁਨੀਆ ਵਿੱਚ ਦੇਖੋ, ਜੈਸਾ ਕੋਈ ਖਾਣਾ ਖਾਂਦਾ ਹੈ ਉਹਦਾ ਸੁਭਾਅ ਉਸੇ ਤਰ੍ਹਾਂ ਦਾ ਬਣ ਜਾਂਦਾ ਹੈ। ਜਿਹੜੇ ਸਵਾਰਥ ਖਾਣਾ ਖਾਂਦੇ ਹੈ, ਅੱਛਾ ਖਾਣਾ ਖਾਂਦੇ ਹੈ, ਉਹਨਾਂ ਦੇ ਅੱਛੇ ਖਿਆਲ ਹੁੰਦੇ ਹੈ, ਉਹ ਕੋਈ ਮਾੜਾ ਕਰਮ ਨਹੀਂ ਕਰਦੇ। ਜਿਹੜੇ ਮਾੜੇ ਖਾਣੇ ਖਾਂਦੇ ਹੈ ਉਹ ਚੰਗਾ ਕੰਮ ਕਰ ਨਹੀਂ ਸਕਦੇ। ਕਿਉਂ? ਉਹ ਖਾਣਿਆਂ ਦਾ ਨੁਕਸ ਹੈ। ਕਬੀਰ ਜੈਸਾ ਖਾਈਏ ਅੰਨ ਤੈਸਾ ਹੋ ਜਾਏ ਮਨ। ਜੈਸਾ ਅਸੀਂ ਉਹ ਖਾਣਾ ਖਾਵਾਂਗੇ ਐਸਾ ਸਾਡਾ ਮਨ ਬਣ ਜਾਏਗਾ। ਸਾਡੇ ਮਨ ਦੇ ਵਿੱਚ ਕੋਈ ਐਸਾ ਪਰਹੇਜ਼, ਕੋਈ ਡਰ ਖਤਰਾ ਨਹੀਂ ਰਹੇਗਾ। ਕਿਉਂ? ਉਹਦਾ ਅਸਰ ਹੈ। ਇਸ ਵਾਸਤੇ ਜਿਹੜੇ ਫਕੀਰ ਨਾਮ ਜਪਦੇ ਹੈ ਉਹਨਾਂ ਨੂੰ ਸਾਰੀਆਂ ਸੋਚਾਂ ਵਿਚਾਰਾਂ ਕਰਨਾ ਪੈਂਦੀਆਂ ਨੇ। ਇਹ ਨਾਮ ਐਸਾ ਨਹੀਂ ਖੁੱਲ੍ਹਾ ਕਿ ਜਿਹੜਾ ਜੋ ਮਰਜ਼ੀ ਅਸੀਂ ਕਰੀ ਜਾਈਏ ਤੇ ਨਾਮ ਵੀ ਜਪੀ ਜਾਈਏ। ਨਹੀਂ, ਸਾਨੂੰ ਬਹੁਤ ਬੜੇ ਪਰਹੇਜ਼ ਵੀ ਰੱਖਣਾ ਪੈਂਦੇ ਹੈ ਔਰ ਹਰ ਚੀਜ਼ ਵੱਲ ਦੇਖਭਾਲ ਰੱਖਣਾ ਪੈਂਦੀ ਹੈ। ਹਾਂਜੀ। ਉਪਜੈ ਬਿਨ ਸੈ ਗੁਣ ਧਰੈ, ये माया का रूप। साधु देखत थिर नहीं, छिन छाया छिन धूप। विपत पाली गुर संग में, काया कसौटी दोख। नाम बिना किस काम के, दादू संपत सोख।
दादू साहब जी बड़े प्यार दे नाल फरमा रहे है, अगर कोई ऐसी मुश्किल भी आ जाए ऐ दादू कि सतगुर दा संग ना छड्डिया जाए। बेशक को ऐसी मुश्किल आ जाएगी, संग ना छड्डिया जाए। अगर सानू सतगुर दी संगत तों बगैरा सुख भी कोई मिल जाता है, वो किसी काम का नहीं है, वो किसी काम सुख नहीं है। बिपत भली गुर संग में काहे कसोटे दुख, नाम बिना किस काम ने दादू समत सुख। अगर तैनू सतगुर की संगत मिल जाए, कोई बिपता भी होगी, एक दिन वो दूर हो जाएगी, तेरा प्यार फिर उस तरह बनया रहेगा। अगर तू संगत छड़ देगा, तैनू कोई सुख भी मिल जाएगा, वो किसी काम का नहीं है, वह कौड़ी मुल नहीं है। देखो संत सानू किस तरह समझा से, किस तरह सानू प्यार दे नाल समझा रहे है कि तैनू संगत नहीं छड्डनी चाहिए, सतगुर की शरण नहीं छड्डनी चाहिए। भावें जो मर्जी होवे, तैनू फिर सुख उस तरह मिल जाएगा, उस तरह का तैनू आराम मिल जाएगा। हाँ जी। बिपत भली गुर संग में काया कसोटी दोख, नाम बिना किस काम के दादू संपत सोख। क्या मुख ले हंस बोलिए दादू दीजे रोए, जन्म अमोलक अपना चला अकारथ खोए। दादू साहब जी बड़े प्यार दे नाल फरमा रहे है, किस मुख दे नाल असी हसीए। कोई दुनिया विच असी नेक पाक काम कीता है। आसा जिहड़ा आउंदा बंदे नूं कई किस्म दा आसा, एक निजी आसा आउंदा, एक बनौटी आसा आउंदा। बनौटी आसा जिहड़ा वो भी लभ जांदा, जिहड़ा असली आसा वो भी लभ जांदा। असली जो चंगा काम बंदे ने कीता होएगा, अंदर खुशी होवेगी, ते ओहदे हासे च बड़ा फर्क होएगा, वो खुशी नाल हसेगा। जिहड़ा बनौटी आसा है ओहदे अंदर खुशी नहीं होवेगी, वो बनौटी हसेगा। दादू साहब जी फरमाउंदे है, ऐ दादू किहड़े मूँह दे नाल असी हसीए। कोई दुनिया दे विच नेक पाक काम नहीं कीता, अच्छा काम नहीं किया, माड़े काम कीते है, किहड़े मूँह नाल हसीए। जन्म अमोलक अपना चले अकारत खोए। है दादू अपने जन्म नूं असी एवें खो के चले। ये जन्म सानू बड़ा अवसर जन्म मिलिया, बड़ा अच्छा जन्म मिलिया सी, बड़ी मालिक दी मेहर होई साडे ते, लेकिन असी एवें ही इनू बर्बाद करके चले। बगैर नेक पाक कमां दे, बगैर साध संगत दी सपोर्ट दे बिना असी इस जन्म नूं एवें ही गवा के चले। हर एक संत महापुरख साडे जन्म दे बारे सानू समझाउंदे है भाई कि इस जन्म का फायदा लाओ। स्वामी जी महाराज भी बाणी च फरमाउंदे है, मिली नर दे ये तुमको बनाओ कुछ काज अपना। ये नर दे मिली है तैनू, तू अपना कोई काज बना ले। तेरा काज एवें जा रहा है, तेरा कोई काम नहीं हो रहा, लेकिन सानू कोई समझ नहीं आउंदी। संत महापुरख दुनिया ते आए, वो रौला पा के चला गए, सानू समझाउंदे समझाउंदे आप चला जाते हैं, लेकिन साडा वातावरण उदा ही रहिंदा है, असी समझते नहीं। जे महापुरखों के आखे लग जाइए तो यही देश जिहड़ा स्वर्ग बन सकता है। स्वर्गां च की ये सुख है?
अगर असी माड़े कर्म कोई भी ना करिए तो सारे सुखी रहिए, सारिਆਂ ਨੂੰ सुख मिल सकता है। इस वास्ते कि यही देश जिहड़ा साडा नरक बनिया, क्यों बनिया? कि माड़े कर्मां दे जरिए जे असी नेक पाक काम करिए, अच्छे काम करिए। कई बार सोचे जिस घर दे विच सारे जीव अच्छे काम करते हैं वो घर स्वर्ग बनिया हुंदा है। उन्होंने कोई चिंता नहीं, हर चीज़ की मुख्तियारी होंदी है, हर चीज़ की बरकत होंदी है, हर चीज़ परमात्मा उन्होंने देंदा है और कोई भी उन्होंने मुश्किल नहीं होंदी। हर जीव के अंदर खुशी पैदा होंदी है। जिथे कलेश है वो 24 घंटे एक नरक बनया रहिंदा हैगा, चिंता बनी रहिंदी है, बंदे का दिल सड़दा रहिंदा है, वो सुख नहीं मिलता। तो संत सानू यही समझाउंदे है कि भाई सुख का रस्ता तल, सुख के रस्ते चल ताकि तैनू सुख मिल जाए। साढ़े रस्ते ही होर ने, सुख का रस्ता संत दसदे है, नाम जपो, ईश्वर की भगती करो, साध संगत की सेवा करो, ये सुख का रस्ता है। इधर साडा मुहारा ही नहीं होंदा, ध्यान ही नहीं करते इस पासे ते। हाँ जी। क्या मुख ले हंस बोलिए दादू दी जय रोए, जन्म अमोलक अपना चलाया कारथ खोए।